स्वागत है ਤੁਹਾਡਾ ਇੱਕ ਵਾਰ ਫਿਰ। ਅੱਜ ਦੀ ਆਪਣੀ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ 8ਵੀਂ ਜਮਾਤ ਲਈ ਸੈਂਪਲ ਪੇਪਰ ਤੀਜਾ ਮੈਥਸ ਬੁੱਕਲੇਟ ਦੇ ਵਿੱਚੋਂ ਬੇਟਾ ਸਾਇੰਸ ਦਾ। ਠੀਕ ਹੈ ਜੀ, ਪਹਿਲੇ ਦੋ ਪ੍ਰੈਕਟਿਸ ਟੈਸਟ ਸੀਰੀਜ਼ ਆਪਾਂ ਕਰ ਲਈ ਸੀ। ਅਗਰ ਤੁਸੀਂ ਨਹੀਂ ਦੇਖੇ ਤਾਂ ਇਸੇ ਚੈਨਲ ਦੇ ਥਰੂ ਦੇਖ ਸਕਦੇ ਹੋ। ਠੀਕ ਹੈ ਬੇਟਾ, ਇਸ ਚੈਨਲ 'ਤੇ ਤੁਹਾਨੂੰ ਇੱਕ ਪਲੇਲਿਸਟ ਮਿਲ ਜੂਗੀ 8ਵੀਂ ਸਾਇੰਸ ਨਾਲ ਸੰਬੰਧਿਤ ਮੈਥਸ ਬੁੱਕਲੇਟ। ਚਲੋ ਆਪਾਂ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਪਹਿਲੇ ਕੁਐਸਚਨ ਤੋਂ। ਪਹਿਲਾ ਕੁਐਸਚਨ ਹੈ ਸਾਡਾ, ਸੜਕ ਬਣਾਉਣ ਲਈ ਕਿਹੜੇ ਪੈਟਰੋਲੀਅਮ ਉਪਜ ਦੀ ਵਰਤੋਂ ਕੀਤੀ ਜਾਂਦੀ ਹੈ? ਸੜਕ ਬਣਾਉਣ ਲਈ ਬਿਟੂਮਿਨ। ਠੀਕ ਹੈ ਬੇਟਾ, ਇਹ ਪੈਟਰੋਲੀਅਮ ਦੀ ਇੱਕ ਉਪਜ ਹੈ, ਪੈਟਰੋਲੀਅਮ ਦੇ ਵਿੱਚੋਂ ਹੀ ਨਿਕਲਦੀ ਹੈ ਬਿਟੂਮਿਨ। ਠੀਕ ਹੈ, ਇਸ ਦੀ ਵਰਤੋਂ ਸੜਕ ਬਣਾਉਣ ਲਈ ਕੀਤੀ ਜਾਂਦੀ ਹੈ। ਦੂਸਰਾ ਕੁਐਸਚਨ ਹੈ ਸਾਡਾ, ਜਮਾਤ ਵਿੱਚ ਅਧਿਆਪਕ ਨੇ ਵਿਦਿਆਰਥੀਆਂ ਨੂੰ ਖੇਤੀਬਾੜੀ ਦੀਆਂ ਵੱਖ-ਵੱਖ ਪੱਧਤੀਆਂ ਬਾਰੇ ਦੱਸਿਆ। ਹੇਠ ਲਿਖਿਆਂ ਵਿੱਚੋਂ ਕਿਹੜੀ ਖੇਤੀਬਾੜੀ ਪੱਧਤੀ ਨਹੀਂ ਹੈ? ਖੇਤੀਬਾੜੀ ਦੇ ਵਿੱਚ ਨਹੀਂ ਆਉਂਦੀ, ਮਤਲਬ ਖੇਤੀ ਦੇ ਵਿੱਚ ਅਸੀਂ ਨਹੀਂ ਕਰਦੇ। ਜਿਹੜੀ ਬੀਜ ਬੀਜਿਆ ਜਾਂਦਾ ਬਿਲਕੁਲ ਸਹੀ, ਖਾਦ ਵੀ ਪਾਈ ਜਾਂਦੀ ਹੈ, ਵਾਢੀ ਵੀ ਕੀਤੀ ਜਾਂਦੀ ਹੈ। ਕਿਹੜੀ ਫਿਰ ਖੇਤੀ ਪੱਧਤੀ ਨਹੀਂ ਹੈ ਬੇਟਾ? ਵੰਡ ਪ੍ਰਣਾਲੀ, ਡਿਸਟ੍ਰੀਬਿਊਸ਼ਨ ਮੈਥਡ ਸਿਸਟਮ। ਜਮਾਤ ਵਿੱਚ ਵਿਦਿਆਰਥੀਆਂ ਨੂੰ ਅਧਿਆਪਕ ਨੇ ਦੱਸਿਆ ਕਿ ਪੰਜਾਬ ਵਿੱਚ ਭੂਮੀ ਜਲ ਦਾ ਪੱਧਰ ਨੀਵਾਂ ਹੋ ਰਿਹਾ ਹੈ। ਇਸ ਸਮੱਸਿਆ ਦਾ ਕੀ ਹੱਲ ਹੋ ਸਕਦਾ? ਜਿਹੜਾ ਪਾਣੀ ਦਾ ਪੱਧਰ ਹੈ, ਠੀਕ ਹੈ, ਉਹ ਲਗਾਤਾਰ ਨੀਚੇ ਜਾ ਰਿਹਾ, ਇਸ ਦਾ ਕੀ ਹੱਲ ਹੋ ਸਕਦਾ? ਵੀ ਤੁਪਕਾ ਸਿੰਚਾਈ ਪ੍ਰਣਾਲੀ, ਮਤਲਬ ਤੁਪਕਾ ਸਿੰਚਾਈ ਪ੍ਰਣਾਲੀ ਹੈ ਜਿਹੜੀ, ਉਸ ਨਾਲ ਫਸਲਾਂ ਨੂੰ ਪਾਣੀ ਦਿੱਤਾ ਜਾਵੇ। ਜਿਨ੍ਹਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਹੈ ਉਹਨਾਂ ਨੂੰ ਫੁਹਾਰਾ ਸਿੰਚਾਈ ਪ੍ਰਣਾਲੀ ਨਾਲ ਪਾਣੀ ਦਿੱਤਾ ਜਾਵੇ। ਠੀਕ ਹੈ, ਮਤਲਬ ਉਪਰੋਕਤ ਦੋਵੇਂ ਇਹਦੇ ਲਈ ਕੀ ਹੈ ਵੀ ਸਹੀ ਆਪਸ਼ਨ ਹੈ। ਬੋਥ ਆਫ ਦਾ ਅਬਵ। ਮਨੋਜ ਦੇ ਮਾਤਾ ਜੀ ਆਪਣੇ ਘਰ ਦੇ ਬਾਹਰ ਰਸੋਈ ਘਰ ਦਾ ਕਚਰਾ ਜਿਵੇਂ ਕਿ ਸਬਜ਼ੀਆਂ ਦੇ ਛਿਲਕੇ, ਬਚਿਆ ਹੋਇਆ ਭੋਜਨ ਸੁੱਟਦੇ ਹਨ। ਇਸ ਦੇ ਕਾਰਨ ਬਦਬੂ ਫੈਲਦੀ ਹੈ ਅਤੇ ਇਹ ਦੇਖਣ ਨੂੰ ਵੀ ਗੰਦਾ ਲੱਗਦਾ ਹੈ। ਤੁਹਾਡੇ ਅਨੁਸਾਰ ਇਸ ਸਮੱਸਿਆ ਦਾ ਕੀ ਹੱਲ ਹੋ ਸਕਦਾ? ਕੀ ਹੱਲ ਹੋ ਸਕਦਾ ਵੀ ਜਿਹੜਾ ਇਹ ਬਚਿਆ ਖੁਚਿਆ ਕਚਰਾ, ਇਸ ਤੋਂ ਕੰਪੋਸਟ ਖਾਦ ਤਿਆਰ ਕਰਨੀ ਚਾਹੀਦੀ ਹੈ। ਠੀਕ ਹੈ, ਪਹਿਲੀ ਆਪਸ਼ਨ ਹੈ ਜਿਹੜੀ ਉਹ ਸਾਡੀ ਸਹੀ ਹੈ। ਰੀਮਾ ਦੀ ਵੱਡੀ ਭੈਣ ਨੇ ਉਸ ਨੂੰ ਦੱਸਿਆ ਕਿ ਵਾਯੂਮੰਡਲ ਵਿੱਚ ਨਾਈਟ੍ਰੋਜਨ ਦੇ ਸਥਿਰੀਕਰਨ ਵਿੱਚ ਇੱਕ ਕੁਦਰਤੀ ਵਰਤਾਰਾ ਮਦਦ ਕਰਦਾ ਹੈ। ਉਹ ਕਿਹੜਾ ਹੈ? ਉਹ ਕਿਹੜਾ ਹੈ ਵੀ ਆਕਾਸ਼ੀ ਬਿਜਲੀ ਨਾਈਟ੍ਰੋਜਨ ਦੇ ਸਥਿਰੀਕਰਨ ਵਿੱਚ ਮਦਦ ਕਰਦੀ ਹੈ। ਸ਼ਰੀਸ਼ ਨੂੰ ਪਤਾ ਲੱਗੇ ਕਿ ਹਰ ਸਾਲ ਇੱਕ ਹੀ ਫਸਲ ਵਾਰ-ਵਾਰ ਉਗਾਉਣ ਦੀ ਜਗ੍ਹਾ 'ਤੇ ਉਸ ਨੂੰ ਵੱਖ-ਵੱਖ ਫਸਲਾਂ ਅਦਲ-ਬਦਲ ਕੇ ਉਗਾਉਣੀਆਂ ਚਾਹੀਦੀਆਂ ਹਨ, ਜਿਸ ਨਾਲ ਭੂਮੀ ਵਿੱਚ ਪੋਸ਼ਕ ਤੱਤਾਂ ਦੀ ਮੌਜੂਦਗੀ ਬਣੀ ਰਹੇਗੀ। ਕੀ ਤੁਸੀਂ ਦੱਸ ਸਕਦੇ ਹੋ ਫਸਲਾਂ ਅਦਲ-ਬਦਲ ਕੇ ਉਗਾਉਣਾ ਕੀ ਅਖਵਾਉਂਦਾ ਹੈ? ਫਸਲੀ ਚੱਕਰ, ਕ੍ਰੋਪ ਰੋਟੇਸ਼ਨ। ਠੀਕ ਹੈ ਬੇਟਾ। ਨੈਕਸਟ ਕੁਐਸਚਨ, ਦੀਪਕ ਨੇ ਜਰਾਬਾਂ ਪਾਉਂਦੇ ਵੇਖਿਆ ਕਿ ਉਸ ਦੀਆਂ ਜਰਾਬਾਂ ਵਿੱਚੋਂ ਇੱਕ ਧਾਗਾ ਬਾਹਰ ਆਇਆ ਹੈ। ਉਸ ਨੇ ਉਸ ਧਾਗੇ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਧਾਗਾ ਨਹੀਂ ਟੁੱਟਿਆ। ਉਸ ਦੇ ਮਾਤਾ ਜੀ ਨੇ ਦੱਸਿਆ ਕਿ ਉਸ ਨੂੰ ਇਹ ਧਾਗਾ ਕੱਟਣਾ ਪਵੇਗਾ ਕਿਉਂਕਿ ਇਹ ਖਿੱਚ ਕੇ ਟੁੱਟਣ ਵਾਲਾ ਨਹੀਂ, ਇਹ ਬਹੁਤ ਮਜ਼ਬੂਤ ਹੁੰਦਾ ਹੈ। ਉਸ ਨੇ ਹੈਰਾਨੀ ਨਾਲ ਆਪਣੀ ਮਾਤਾ ਜੀ ਨੂੰ ਪੁੱਛਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਡੈਸ਼ ਹੈ। ਜ਼ਿਆਦਾਤਰ ਜਰਾਬਾਂ ਇਸ ਰੇਸ਼ੇ ਦੀਆਂ ਹੀ ਬਣਦੀਆਂ ਹਨ। ਕਿਹੜਾ ਵੀ ਇਹ ਰੇਸ਼ਾ ਕਿਹੜਾ ਹੈ? ਨਾਈਲੋਨ। ਜਿਹੜੇ ਰੱਸੇ ਆ ਜਿਹੜੇ ਨਹੀਂ ਟੁੱਟਦੇ, ਠੀਕ ਹੈ, ਜਾਂ ਪੈਰਾਸ਼ੂਟ ਬਣਾਏ ਜਾਂਦੇ ਆ, ਉਹ ਨਾਈਲੋਨ ਦੇ ਬਣਾਏ ਜਾਂਦੇ ਆ ਕਿਉਂਕਿ ਇਹ ਬਹੁਤ ਜ਼ਿਆਦਾ ਮਤਲਬ ਲਚਕੀਲਾ ਕਹਿ ਲਈਏ, ਸਖਤ ਕਹਿ ਲਈਏ, ਟੁੱਟਦਾ ਨਹੀਂ। ਠੀਕ ਹੈ ਬੇਟਾ। ਅਗਲਾ ਕੁਐਸਚਨ ਹੈ ਬੇਟਾ ਸਾਡਾ, ਸੁਨੀਤਾ ਆਪਣੇ ਪਿਤਾ ਜੀ ਨੂੰ ਦੱਸਦੀ ਹੈ ਕਿ ਮਾਤਾ ਜੀ ਹਮੇਸ਼ਾ PET ਪੈਟ ਦੀਆਂ ਬੋਤਲਾਂ ਦੀ ਹੀ ਚਾਵਲਾਂ, ਚੀਨੀ ਅਤੇ ਪਾਣੀ ਲਈ ਖਰੀਦਦੇ ਹਨ। PET ਦਾ ਪੂਰਾ ਨਾਮ ਕੀ ਹੈ? ਕੀ ਪੂਰਾ ਨਾਮ ਹੈ ਬੇਟਾ ਇਹਦਾ? ਇਹਦਾ ਪੂਰਾ ਨਾਮ ਹੈ ਪੋਲੀਇਥਾਲੀਨ ਟੈਰਾਫਥਾਲੇਟ। ਪੋਲੀਇਥਿਲੀਨ ਟੈਰੀਪਥਾਲੇਟ ਜਾਂ ਟੈਰਾਪਥਾਲੇਟ। ਨੈਕਸਟ, ਅਧਿਆਪਕਾਂ ਨੇ ਸਮਝਾਇਆ ਕਿ ਕੁਝ ਪਦਾਰਥ ਕਠੋਰ, ਚਮਕੀਲੇ, ਕੁਟੀਨਯੋਗ ਅਤੇ ਧੋਨਿਕ ਹੁੰਦੇ ਹਨ। ਇਹ ਗੁਣ ਆਮ ਤੌਰ 'ਤੇ ਕਿਹੜੇ ਪਦਾਰਥਾਂ ਦੇ ਹਨ? ਧਾਤਾਂ ਦੇ। ਠੀਕ ਹੈ ਬੇਟਾ, ਧਾਤਾਂ ਕਠੋਰ ਵੀ ਹੁੰਦੀਆਂ ਨੇ, ਚਮਕੀਲੀਆਂ ਵੀ ਹੁੰਦੀਆਂ, ਕੁੱਟਿਆ ਵੀ ਜਾ ਸਕਦਾ ਧਾਤਾਂ ਨੂੰ, ਅਤੇ ਧੁਨਿਕ ਮਤਲਬ ਧਾਤਾਂ ਆਵਾਜ਼ ਵੀ ਪੈਦਾ ਕਰਦੀਆਂ ਨੇ। ਨੈਕਸਟ, ਕਾਜਲ ਨੇ ਵੇਖਿਆ ਕਿ ਉਸ ਦੀ ਤਾਂਬੇ ਦੀ ਗੜਵੀ ਉੱਪਰ ਹਰੇ ਰੰਗ ਦੀ ਇੱਕ ਪਰਤ ਚੜ੍ਹ ਗਈ ਹੈ।
ਇਹ ਕਿਸ ਪਦਾਰਥ ਦੇ ਬਣਨ ਕਾਰਨ ਹੋਇਆ ਵੀ। ਜਿਹੜਾ ਤਾਂਬਾ ਹੈ ਉਸ ਨੂੰ ਅਸੀਂ ਉਹਦਾ ਸੂਤਰ ਹੈ ਜਿਹੜਾ ਕਾਪਰ ਹੈ, ਕਾਪਰ ਨਾਲ ਲਿਖਦੇ ਹਾਂ ਅਸੀਂ ਉਹਨੂੰ, Cu ਨਾਲ ਲਿਖਦੇ ਹਾਂ। ਤਾਂ ਜਦੋਂ ਇਹ ਕਾਰਬਨ ਡਾਈਆਕਸਾਈਡ ਦੇ ਸੰਪਰਕ ਵਿੱਚ ਆਉਂਦਾ ਤਾਂ ਇਹ ਕਾਪਰ ਕਾਰਬੋਨੇਟ ਬਣਾ ਲੈਂਦਾ। ਜਦੋਂ ਇਹ ਪਾਣੀ ਦੇ ਸੰਪਰਕ ਵਿੱਚ ਆਉਂਦਾ ਇਹ ਕਾਪਰ ਹਾਈਡਰੋਕਸਾਈਡ ਬਣਾ ਲੈਂਦਾ। ਜਿਹੜੀ ਹਰੇ ਰੰਗ ਦੀ ਪਰਤ ਬਣੀ ਆ ਉਹ ਇਹਨਾਂ ਦੋਹਾਂ ਦੀ ਮੌਜੂਦਗੀ ਕਾਰਨ ਬਣੀ ਹੈ। ਫਸਟ ਆਪਸ਼ਨ ਸਹੀ ਆਊ। ਸ਼ਾਮ ਨੇ ਅਖਬਾਰ ਵਿੱਚ ਪੜ੍ਹਿਆ ਕਿ ਰਾਤੀ ਕੁਝ ਲੋਕਾਂ ਦੀ ਮੌਤ ਕੋਲੇ ਵਾਲੇ ਅੰਗੀਠੀ ਜਲਾਉਣ ਕਾਰਨ ਹੋ ਗਈ। ਉਸ ਨੇ ਆਪਣੇ ਅਧਿਆਪਕ ਨੂੰ ਪੁੱਛਿਆ। ਅਧਿਆਪਕ ਨੇ ਦੱਸਿਆ ਕਿ ਜਦੋਂ ਹਵਾ ਦੀ ਘੱਟ ਸਪਲਾਈ ਵਿੱਚ ਬਾਲਦੇ ਹਾਂ ਤਾਂ ਖਤਰਨਾਕ ਗੰਧਹੀਨ ਅਤੇ ਰੰਗਹੀਨ ਗੈਸ ਪੈਦਾ ਹੁੰਦੀ ਹੈ, ਜਿਸ ਨੂੰ ਡੈਸ਼ ਆਖਦੇ ਹਾਂ। ਕਿਹੜੀ ਗੈਸ ਪੈਦਾ ਹੁੰਦੀ ਹੈ ਵੀ? ਕਾਰਬਨ ਮੋਨੋਕਸਾਈਡ, CO। ਅੱਜ ਅਧਿਆਪਕ ਨੇ ਵਿਦਿਆਰਥੀਆਂ ਨੂੰ ਤੀਲਾਂ ਦੀ ਡੱਬੀ ਦਾ ਇਤਿਹਾਸ ਪੜ੍ਹਾਇਆ ਅਤੇ ਉਸਨੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਤੀਲਾਂ ਦੀ ਜਿਹੜੀ ਡੱਬੀ ਹੈ, ਮੌਚ ਬਾਕਸ ਆਪਾਂ ਕਹਿ ਲਈਏ, ਠੀਕ ਹੈ, ਦੀ ਸਤ੍ਹਾ 'ਤੇ ਮੁੱਖ ਰਸਾਇਣ ਕਿਹੜਾ ਹੁੰਦਾ ਬੇਟਾ? ਜਿਹੜਾ ਲਾਲ ਜਿਹਾ ਲੱਗਿਆ ਹੁੰਦਾ ਉਸਨੂੰ ਅਸੀਂ ਬੋਲਦੇ ਹਾਂ ਰੈੱਡ ਫਾਸਫੋਰਸ। ਕੀ ਲੱਗਿਆ ਹੁੰਦਾ ਉਹਦੇ 'ਤੇ? ਰੈੱਡ ਫਾਸਫੋਰਸ। ਤਾਂ ਇਹਦੇ 'ਤੇ ਅਸੀਂ ਕਿਹੜੀ ਆਪਸ਼ਨ ਲਾਵਾਂਗੇ? ਫਾਸਫੋਰਸ। ਗੀਤਾ ਗੈਸ ਚੁੱਲ੍ਹੇ 'ਤੇ ਰੋਟੀ ਬਣਾ ਰਹੀ ਸੀ। ਰੋਟੀ ਤਵੇ 'ਤੇ ਜਲ ਕੇ ਕਾਲੇ ਪਦਾਰਥ ਵਿੱਚ ਬਦਲ ਗਈ। ਉਸ ਨੇ ਆਪਣੇ ਅਧਿਆਪਕ ਤੋਂ ਪੁੱਛਿਆ। ਉਹਨਾਂ ਦੱਸਿਆ ਕਿ ਜਦੋਂ ਕੋਈ ਪਦਾਰਥ ਉੱਚ ਤਾਪਮਾਨ 'ਤੇ ਗਰਮ ਕੀਤਾ ਜਾਏ ਤਾਂ ਕਾਲੇ ਪਦਾਰਥ ਵਿੱਚ ਬਦਲ ਜਾਂਦਾ ਹੈ, ਜਿਸ ਨੂੰ ਡੈਸ਼ ਆਖਦੇ ਹਨ। ਇਸ ਨੂੰ ਕੀ ਆਖਦੇ ਹਨ ਵੀ? ਕਾਰਬਨ। ਸੀਮਾ ਨੇ ਇੱਕ ਅਖਬਾਰ ਵਿੱਚ ਪੜ੍ਹਿਆ ਕਿ ਇੱਕ ਪਰਿਵਾਰ ਬੰਦ ਕਮਰੇ ਵਿੱਚ ਬਲਦੇ ਕੋਲੇ ਨਾਲ ਅਚੇਤ ਮਿਲਿਆ। ਉਸਨੇ ਆਪਣੇ ਅਧਿਆਪਕ ਕੋਲੋਂ ਇਸ ਦਾ ਕਾਰਨ ਪੁੱਛਿਆ। ਉਸਦੇ ਅਧਿਆਪਕ ਨੇ ਉਸ ਨੂੰ ਦੱਸਿਆ ਕਿ ਇੱਕ ਜ਼ਹਿਰੀਲੀ ਗੈਸ ਪੈਦਾ ਹੋਈ ਜਿਸ ਨਾਲ ਮੌਤ ਵੀ ਹੋ ਜਾਂਦੀ ਹੈ। ਤੁਹਾਡੇ ਅਨੁਸਾਰ ਉਹ ਜ਼ਹਿਰੀਲੀ ਗੈਸ ਕਿਹੜੀ ਹੋਏਗੀ? ਕਿਹੜੀ ਗੈਸ ਜ਼ਿੰਮੇਵਾਰ ਹੋਏਗੀ ਵੀ? ਪਹਿਲਾਂ ਦੀ ਤਰ੍ਹਾਂ ਕਾਰਬਨ ਮੋਨੋਕਸਾਈਡ ਗੈਸ। ਗਗਨਦੀਪ ਨੇ ਇੱਕ ਨਿਸ਼ਚਿਤ ਪਾਣੀ ਦੀ ਮਾਤਰਾ ਨੂੰ 1 ਕਿਲੋਗ੍ਰਾਮ ਗਾਂ ਦੇ ਗੋਹੇ ਅਤੇ 1 ਕਿਲੋਗ੍ਰਾਮ ਕੋਲੇ ਨਾਲ ਗਰਮ ਕੀਤਾ। ਉਸਨੇ ਵੇਖਿਆ ਕਿ ਕੋਲੇ ਤੋਂ ਪੈਦਾ ਹੋਈ ਗਰਮੀ ਗਾਂ ਦੇ ਗੋਹੇ ਤੋਂ ਪੈਦਾ ਹੋਈ ਗਰਮੀ ਤੋਂ ਜ਼ਿਆਦਾ ਹੈ। ਉਹ ਇਸ ਤਰ੍ਹਾਂ ਕਿਉਂ ਹੈ ਵੀ? ਕਿਉਂਕਿ ਕੋਲੇ ਦੀ ਜਿਹੜੀ ਕੈਲੋਰੀਫਿਕ ਵੈਲਿਊ ਹੈ, ਕੈਲੋਰੀ ਮੁੱਲ ਹੈ, ਉਹ ਗੋਹੇ ਨਾਲੋਂ ਜ਼ਿਆਦਾ ਹੈ, ਠੀਕ ਹੈ। ਤਾਂ ਅਸੀਂ ਇਹਨੂੰ ਕੀ ਲਿਖਾਂਗੇ? ਕੈਲੋਰੀ ਮੁੱਲ, ਕੈਲੋਰੀਫਿਕ ਵੈਲਿਊ। ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਮੌਜੂਦਾ ਸਮੇਂ ਵਿੱਚੋਂ ਰਸੋਈ ਲਈ ਸਭ ਤੋਂ ਵਧੀਆ ਬਾਲਣ ਕਿਹੜਾ ਹੈ ਜਿਹੜਾ ਵਰਤਿਆ ਜਾਂਦਾ ਹੈ? ਕਿਹੜਾ ਵਰਤਿਆ ਜਾਂਦਾ ਬੇਟਾ? LPG, ਲਿਕੁਇਫਾਈਡ ਪੈਟਰੋਲੀਅਮ ਗੈਸ। ਉਮੇਸ਼ ਪਿਛਲੇ ਹਫ਼ਤੇ ਧਰਮਸ਼ਾਲਾ ਵਿਖੇ ਘੁੰਮਣ ਗਿਆ। ਉੱਥੇ ਉਸਨੇ ਦੇਵਦਾਰ ਅਤੇ ਚੀਲ ਦੇ ਪੌਦੇ ਵੇਖੇ। ਉਸਨੇ ਉੱਥੇ ਕੁਝ ਇਸ ਤਰ੍ਹਾਂ ਦੇ ਜੀਵ ਜੰਤੂ ਵੀ ਵੇਖੇ ਕਿ ਜਿਹੜੇ ਉਸ ਖੇਤਰ ਵਿੱਚ ਵਿਖਾਈ ਦਿੰਦੇ ਹਨ। ਉਹਨਾਂ ਨੂੰ ਕਿਹੜੀਆਂ ਪ੍ਰਜਾਤੀਆਂ ਕਿਹਾ ਜਾਂਦਾ ਹੈ? ਸਥਾਨਕ ਪ੍ਰਜਾਤੀਆਂ, ਜਿਹੜੀਆਂ ਕਿਸੇ ਖਾਸ ਸਥਾਨ ਦੇ ਵਿੱਚ ਮਿਲਦੀਆਂ ਨੇ, ਪਾਈਆਂ ਜਾਂਦੀਆਂ ਨੇ, ਜਾਂ ਕਹਿ ਲਈਏ ਵੀ ਦਿਖਾਈ ਦਿੰਦੀਆਂ ਹਨ। ਸਤਪੁੜਾ ਨੈਸ਼ਨਲ ਪਾਰਕ ਵਿੱਚ ਖਾਤਮੇ ਦੀ ਕਗਾਰ 'ਤੇ ਪਹੁੰਚਣ ਵਾਲੀਆਂ ਪ੍ਰਜਾਤੀਆਂ ਕਿਹੜੀਆਂ ਨੇ ਵੀ? ਸ਼ੇਰ, ਹਾਥੀ, ਜੰਗਲੀ ਮੱਝਾਂ, ਬਾਰਾਂਸਿੰਗਾ, ਇਹ ਸਾਰੇ ਨੇ। ਲਗਭਗ ਖਤਮ ਹੋ ਹੀ ਚੁੱਕੇ ਨੇ ਇਹ। ਸੈੱਲ ਦੇ ਕੇਂਦਰਕ ਵਿੱਚ ਧਾਗੇ ਵਰਗੀਆਂ ਸੰਰਚਨਾਵਾਂ ਕੀ ਨੇ ਵੀ? ਠੀਕ ਹੈ। ਵਾਟ ਡੂ ਵੀ ਕਾਲ ਥ੍ਰੈਡ ਲਾਈਕ ਸਟਰਕਚਰਸ ਇਨ ਦ ਨਿਊਕਲੀਅਸ ਆਫ ਅ ਸੈੱਲ? ਅਸੀਂ ਕੀ ਬੋਲਦੇ ਹਾਂ ਉਹਨਾਂ ਨੂੰ? ਕ੍ਰੋਮੋਸੋਮ, ਗੁਣਸੂਤਰ। ਯੂਕੈਰੀਓਟਿਕ ਅਤੇ ਪ੍ਰੋਕੈਰੀਓਟਿਕ ਸੈੱਲ ਨੇ ਜਿਹੜੇ, ਉਹਨਾਂ ਵਿੱਚ ਕੀ ਮੁੱਖ ਅੰਤਰ ਹੈ? ਕੀ ਮੁੱਖ ਅੰਤਰ ਹੈ? ਜਿਹੜੀ ਕੇਂਦਰਕ ਝਿੱਲੀ ਹੈ ਉਹ ਯੂਕੈਰੀਓਟਿਕ ਦੇ ਵਿੱਚ ਤਾਂ ਹੁੰਦੀ ਹੈ, ਪਰ ਪ੍ਰੋਕੈਰੀਓਟਿਕ ਦੇ ਵਿੱਚ ਨਹੀਂ। ਥਰਡ ਆਪਸ਼ਨ ਸਾਡੀ ਸਹੀ ਹੈ ਜੀ। ਅਧਿਆਪਕ ਨੇ ਜਮਾਤ ਵਿੱਚ ਦੱਸਿਆ ਸੀ ਕਿ ਨਿਸ਼ੇਚਨ ਪ੍ਰਕਿਰਿਆ ਲਿੰਗੀ ਪ੍ਰਜਨਨ ਵਿੱਚ ਪਾਈ ਜਾਂਦੀ ਹੈ। ਨਿਸ਼ੇਚਨ ਪ੍ਰਕਿਰਿਆ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਨਿਸ਼ੇਚਨ ਨਰ ਅਤੇ ਮਾਦਾ ਯੁਗਮਜ ਦਾ ਸੰਯੋਜਨ ਹੁੰਦਾ ਹੈ, ਇਹ ਸਹੀ ਹੈ। ਨਿਸ਼ੇਚਨ ਦੇ ਸਿੱਟੇ ਵਜੋਂ ਯੁਗਮਜ ਬਣਦਾ, ਇਹ ਵੀ ਸਹੀ ਹੈ। ਮਤਲਬ ਉਪਰੋਕਤ 1 ਅਤੇ 2 ਦੋਵੇਂ ਸਹੀ ਹਨ। ਰਵੀ ਜਾਣਦਾ ਹੈ ਕਿ ਪ੍ਰਜਨਨ ਤੋਂ ਭਾਵ ਆਪਣੇ ਵਰਗੇ ਹੋਰ ਜੀਵ ਪੈਦਾ ਕਰਨਾ। ਉਹ ਜਾਣਨਾ ਚਾਹੁੰਦਾ ਹੈ ਕਿ ਮਨੁੱਖਾਂ ਵਿੱਚ ਪ੍ਰਜਨਨ ਪ੍ਰਕਿਰਿਆ ਦਾ ਪਹਿਲਾ ਪੜਾਅ ਕੀ ਹੈ? ਤੁਹਾਡਾ ਜਵਾਬ ਕੀ ਹੋਏਗਾ? ਪਹਿਲਾ ਪੜਾਅ ਕੀ ਹੈ ਵੀ? ਨਿਸ਼ੇਚਨ। ਮਤਲਬ ਨਰ ਯੁਗਮਕ ਅਤੇ ਮਾਦਾ ਯੁਗਮਕ ਆਪਸ ਵਿੱਚ ਇਕੱਠੇ ਹੋ ਕੇ ਕੀ ਬਣਾਉਂਦੇ ਨੇ? ਯੁਗਮਜ ਬਣਾਉਂਦੇ ਨੇ, ਠੀਕ ਹੈ ਬੇਟਾ। ਇਹ ਪਹਿਲਾ ਪ੍ਰੋਸੈਸ ਹੈ। ਕਿਹੜੇ ਗੁਣਾਂ ਜਾਂ ਲੱਛਣਾਂ ਕਾਰਨ ਔਰਤ ਇੱਕ ਦੂਜੇ ਤੋਂ ਭਿੰਨ ਹੁੰਦੇ ਨੇ?
ਕਿਹੜੇ ਵੀ, ਇੱਕ ਤਾਂ ਲਿੰਗੀ ਗੁਣਸੂਤਰਾਂ ਕਾਰਨ, ਸੈਕਸ ਕ੍ਰੋਮੋਸੋਮ, ਠੀਕ ਹੈ, ਜਿਵੇਂ ਐਕਸ ਜਿਹੜੇ ਹੁੰਦੇ ਨੇ ਉਹ ਆਪਾਂ ਕਹਿ ਲਈਏ ਵੀ ਔਰਤਾਂ ਦੇ ਹੁੰਦੇ ਨੇ, XY ਕਿਹਨਾਂ 'ਚ ਹੁੰਦੇ ਨੇ, ਆਦਮੀ, ਠੀਕ ਹੈ ਬੇਟਾ। ਇਹਨਾਂ ਕਾਰਨ ਭਿੰਨ ਹੋ ਸਕਦੇ ਨੇ, ਜਾਂ ਮੁੱਢਲੇ ਲਿੰਗੀ ਲੱਛਣਾਂ ਕਾਰਨ ਭਿੰਨ ਹੋ ਸਕਦੇ ਹਨ, ਜਿਵੇਂ ਸਰੀਰਕ ਬਣਾਵਟ ਕਹਿ ਲਈਏ ਆਪਾਂ, ਜਾਂ ਕਮਜ਼ੋਰੀ ਕਹਿ ਲਈਏ, ਠੀਕ ਹੈ, ਵੀ ਘੱਟ ਹੁੰਦੇ ਨੇ, ਕਮਜ਼ੋਰ ਹੁੰਦੀਆਂ ਔਰਤਾਂ, ਠੀਕ ਹੈ। ਸਰੀਰਕ ਸ਼ਕਤੀ ਹੈ ਜਿਹੜੀ ਮਰਦਾਂ 'ਚ ਜ਼ਿਆਦਾ ਹੁੰਦੀ ਹੈ, ਜਾਂ ਆਪਾਂ ਦੂਸਰਾ ਕਹਿ ਲਈਏ ਸੈਕੰਡਰੀ ਲਿੰਗੀ ਲੱਛਣ, ਠੀਕ ਹੈ, ਜਿਨ੍ਹਾਂ ਵਿੱਚ ਵੱਖ ਵੱਖ ਹਾਰਮੋਨ ਆ ਜਿਹੜੇ ਵਿਕਸਿਤ ਹੁੰਦੇ ਨੇ, ਤਾਂ ਇਹ ਸਾਰਿਆਂ ਕਰਕੇ ਹੀ ਭਿੰਨ ਹੁੰਦੀਆਂ ਉਪਰੋਕਤ ਸਾਰੇ, ਆਲ ਆਫ ਦੀਸ। ਫਿੰਸੀ ਅਤੇ ਮੁਹਾਂਸੇ ਚਿਹਰੇ 'ਤੇ ਕਿਸ ਦੇ ਰਿਸਾਵ ਕਾਰਨ ਆਉਂਦੇ ਹਨ? ਤੇਲ ਗ੍ਰੰਥੀਆਂ ਦੇ ਰਿਸਾਵ, ਇਹਨਾਂ ਦੇ ਰਿਸਾਵ ਕਾਰਨ ਆਉਂਦੇ ਹਨ। ਨਰ ਵਿੱਚ ਮੌਜੂਦ ਉਹ ਹਾਰਮੋਨ ਜਿਹੜਾ ਕਿਸ਼ੋਰ ਅਵਸਥਾ ਦੌਰਾਨ ਸੈਕੰਡਰੀ ਲਿੰਗੀ ਗੁਣਾਂ ਨੂੰ ਨਿਰਧਾਰਤ ਕਰਦਾ ਹੈ, ਕਿਹੜਾ ਵੀ? ਟੈਸਟੋਸਟੀਰੋਨ। ਟੈਸਟੋਸਟੀਰੋਨ ਹਾਰਮੋਨ ਆ ਜਿਹੜਾ ਉਹ ਨਰ ਵਿੱਚ ਮੌਜੂਦ ਹਾਰਮੋਨ ਹੈ ਜਿਹੜਾ ਸੈਕੰਡਰੀ ਲਿੰਗੀ ਗੁਣਾਂ ਨੂੰ ਨਿਰਧਾਰਤ ਕਰਦਾ ਹੈ। ਨਰ ਵਿੱਚ ਇਹ ਹੁੰਦਾ, ਮਾਦਾ ਵਿੱਚ ਹੁੰਦਾ ਬੇਟਾ ਐਸਟ੍ਰੋਜਨ, ਠੀਕ ਹੈ। ਕਈ ਵਾਰ ਤੁਹਾਨੂੰ ਮਾਦਾ ਵਿੱਚ ਪੁੱਛ ਲੈਣ ਤਾਂ ਤੁਸੀਂ ਕੀ ਲਿਖੋਗੇ? ਐਸਟ੍ਰੋਜਨ। ਜੇ ਨਰ ਵਿੱਚ ਪੁੱਛਦੇ ਨੇ ਫਿਰ ਅਸੀਂ ਕੀ ਲਿਖਾਂਗੇ? ਟੈਸਟੋਸਟੀਰੋਨ। ਮੋਹਨ ਦਾ ਭਰਾ ਇੱਕ ਦਰਜੀ ਹੈ, ਉਹ ਉਸਦੀ ਦੁਕਾਨ 'ਤੇ ਗਈ, ਉਹ ਉੱਥੇ ਕੰਮ ਕਰ ਰਿਹਾ ਸੀ। ਮੋਹਨ ਨੇ ਕੈਂਚੀ ਅਤੇ ਕੱਪੜੇ ਨਾਲ ਖੇਡਣਾ ਸ਼ੁਰੂ ਕਰ ਦਿੱਤਾ, ਪਰ ਕੈਂਚੀ ਕੰਮ ਨਹੀਂ ਕਰ ਰਹੀ ਸੀ। ਉਸਦੇ ਭਰਾ ਨੇ ਦੱਸਿਆ ਕਿ ਕੱਪੜੇ ਨੂੰ ਕੈਂਚੀ ਦੇ ਬਲੇਡਾਂ ਦੇ ਖੁੰਡੇ ਹਿੱਸੇ ਨਾਲ ਕੱਟਣਾ ਔਖਾ ਹੈ। ਖੁੰਡਾ ਮਤਲਬ ਜਿਹੜਾ ਤਿੱਖਾ ਨਹੀਂ ਹੈ, ਕਿਉਂਕਿ ਖੁੰਡੇ ਬਲੇਡਾਂ ਦੇ ਦਬਾਅ ਤਿੱਖੇ ਬਲੇਡਾਂ ਨਾਲੋਂ ਕੀ ਹੁੰਦੇ ਨੇ ਵੀ? ਘੱਟ ਹੁੰਦੇ ਨੇ। ਪ੍ਰੈਸ਼ਰ ਆ ਜਿਹੜਾ ਉਹਨਾਂ ਦਾ ਕੀ ਹੁੰਦਾ? ਘੱਟ ਹੁੰਦਾ ਹੈ, ਠੀਕ ਹੈ। ਖੁੰਡੇ ਬਲੇਡ ਆ ਜਿਹੜੇ ਉਹ ਨਹੀਂ ਕੱਟ ਸਕਦੇ ਤਿੱਖੇ ਬਲੇਡਾਂ ਦੇ ਮੁਕਾਬਲੇ, ਕਿਉਂਕਿ ਪ੍ਰੈਸ਼ਰ ਜਦੋਂ ਜ਼ਿਆਦਾ ਤਾਂ ਹੀ ਪਏਗਾ ਜੇ ਏਰੀਆ ਘੱਟ ਹੋਏਗਾ। ਜਿਹੜਾ ਤਿੱਖਾ ਬਲੇਡ ਹੁੰਦਾ ਉਹਦਾ ਜਿਹੜਾ ਏਰੀਆ ਹੈ, ਜਿੱਥੋਂ ਧਾਰ ਕਹਿ ਲਈਏ ਆਪਾਂ ਉਹਨੂੰ, ਉਹ ਉਹਦੀ ਤਿੱਖੀ ਹੁੰਦੀ ਹੈ, ਏਰੀਆ ਘੱਟ ਹੁੰਦਾ ਤਾਂ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ। ਜੇ ਏਰੀਆ ਜ਼ਿਆਦਾ ਹੋ ਜੂ ਤਾਂ ਪ੍ਰੈਸ਼ਰ ਘੱਟ ਜਾਣਾ, ਠੀਕ ਹੈ ਬੇਟਾ। ਦੀਪਕ ਹਾਕੀ ਖੇਡਦੇ ਸਮੇਂ ਮੈਦਾਨ ਵਿੱਚ ਗੇਂਦ ਨੂੰ ਸੱਟ ਮਾਰਦਾ ਹੈ। ਹਾਕੀ ਖੇਡਦੇ ਸਮੇਂ ਉਹ ਕੀ ਕਰ ਰਿਹਾ ਹੈ? ਦੋ ਚੀਜ਼ਾਂ ਕਰ ਸਕਦਾ ਹਾਕੀ ਨਾਲ ਵੀ, ਗੇਂਦ ਦੀ ਗਤੀ ਬਦਲ ਰਿਹਾ ਹੈ, ਠੀਕ ਹੈ, ਅਤੇ ਗੇਂਦ ਦੀ ਦਿਸ਼ਾ, ਦੋਨੋਂ ਚੀਜ਼ਾਂ ਬਦਲ ਸਕਦਾ। ਗੇਂਦ ਨੂੰ ਤੁਸੀਂ ਦੇਖਿਆ ਹੀ ਆ, ਹਾਕੀ ਖੇਡਦੇ ਖਿਡਾਰੀ ਜਾਂ ਤਾਂ ਉਹ ਗੇਂਦ ਨੂੰ ਮਤਲਬ ਘੁਮਾ ਜੇ ਰਹੇ ਹੁੰਦੇ ਆ, ਮਤਲਬ ਉਹਦੀ ਦਿਸ਼ਾ ਬਦਲ ਰਹੇ ਹੁੰਦੇ ਆ, ਜਾਂ ਫਿਰ ਇੱਕੋ ਦਮ ਕਿੱਕ ਮਾਰ ਕੇ ਉਹਦੀ ਕੀ ਬਦਲ ਦਿੰਦੇ ਆ? ਗਤੀ। ਮਤਲਬ ਪਹਿਲਾ ਅਤੇ ਦੂਜਾ ਦੋਵੇਂ। ਲਾਸਟ ਆਪਸ਼ਨ ਸਾਡੀ ਇਹਦੇ ਲਈ ਸਹੀ ਹੋਊਗੀ। ਸਕੂਲ ਵਿੱਚ ਰੱਸਾਕੱਸੀ ਦੇ ਖੇਡ ਵਿੱਚ ਦੋਵੇਂ ਟੀਮਾਂ ਇੱਕ ਦੂਜੇ ਨੂੰ ਅਸਮਾਨ ਬਲ ਨਾਲ ਆਪਣੇ ਵੱਲ ਖਿੱਚਦੀਆਂ ਹਨ। ਉਹਨਾਂ ਦੁਆਰਾ ਲਗਾਇਆ ਕੁੱਲ ਬਲ ਡੈਸ਼ ਹੋਵੇਗਾ। ਕੀ ਹੋਏਗਾ ਵੀ? ਕੁੱਲ ਬਲ, ਦੋਵੇਂ ਬਲਾਂ ਦਾ ਕੀ ਹੋਏਗਾ? ਅੰਤਰ, ਠੀਕ ਹੈ। ਦੋਵੇਂ ਬਲਾਂ ਦਾ ਕੀ ਹੋਏਗਾ? ਅੰਤਰ। ਹੁਣ ਜਿਹੜੇ ਪਾਸੇ ਜ਼ਿਆਦਾ ਬਲ ਲੱਗ ਰਿਹਾ ਹੈ ਉਹਦੇ ਪਾਸੇ ਰੱਸਾ ਜਿਹੜਾ ਉਹ ਖਿੱਚਿਆ ਜਾਏਗਾ, ਠੀਕ ਹੈ ਬੇਟਾ। ਨੈਕਸਟ ਕੁਐਸਚਨ, ਹਰਜੀਤ ਆਪਣੇ ਸਾਈਕਲ ਦੀ ਮੁਰੰਮਤ ਕਰਾਉਣ ਲਈ ਇੱਕ ਮਕੈਨਿਕ ਕੋਲ ਗਿਆ। ਮਕੈਨਿਕ ਨੇ ਹੇਠ ਲਿਖੇ ਦਿਖਾਏ ਪੁਰਜੇ ਨੂੰ ਬਦਲਣ ਦੀ ਸਲਾਹ ਦਿੱਤੀ। ਇਸ ਦਿਖਾਏ ਗਏ ਪੁਰਜੇ ਦਾ ਕੀ ਨਾਮ ਹੈ ਬੇਟਾ? ਇਹਨੂੰ ਧਿਆਨ ਨਾਲ ਦੇਖ ਲਓ, ਕੀ ਨਾਮ ਹੈ ਇਸਦਾ? ਤੁਸੀਂ ਵੀ ਦੇਖਿਆ ਹੋਣਾ, ਇਹਨੂੰ ਕੀ ਬੋਲਦੇ ਹਾਂ ਅਸੀਂ? ਬਾਲ ਬੈਰਿੰਗ, ਬਾਲ ਬੈਰਿੰਗ ਬੋਲਦੇ, ਠੀਕ ਹੈ ਬੇਟਾ। ਅਧਿਆਪਕ ਨੇ ਦੱਸਿਆ ਕਿ ਜੇਕਰ ਪਾਣੀ ਵਿੱਚ ਕੁਝ ਬੂੰਦਾਂ ਤੇਜ਼ਾਬ ਦੀਆਂ ਪਾ ਦਿੱਤੀਆਂ ਜਾਣ ਤਾਂ ਇਹ ਕੀ ਬਣ ਜਾਏਗਾ ਵੀ? ਬਿਜਲੀ ਦਾ ਕੰਡਕਟਰ, ਚਾਲਕ ਬਣ ਜਾਏਗਾ। ਜਿਹੜਾ ਪਿਓਰ ਪਾਣੀ ਆਪਾਂ ਕਹਿ ਲਈਏ ਉਹ ਬਿਜਲੀ ਦਾ ਕੁਚਾਲਕ ਹੁੰਦਾ, ਬਿਜਲੀ ਕੰਡਕਟ ਨਹੀਂ ਕਰਦਾ। ਪਰ ਅਗਰ ਅਸੀਂ ਉਸ ਵਿੱਚ ਥੋੜ੍ਹਾ ਜਿਹਾ ਮਾਤਰਾ ਸਲਫਿਊਰਿਕ ਐਸਿਡ ਜਾਂ ਨਾਈਟ੍ਰਿਕ ਐਸਿਡ ਪਾ ਦਈਏ, ਤੇਜ਼ਾਬ ਪਾ ਦਈਏ, ਤਾਂ ਉਹ ਬਿਜਲੀ ਦਾ ਕੀ ਬਣ ਜਾਂਦਾ? ਕੰਡਕਟਰ ਬਣ ਜਾਂਦਾ, ਚਾਲਕ ਬਣ ਜਾਂਦਾ, ਠੀਕ ਹੈ ਬੇਟਾ। ਇਹ ਸੀਗੀ ਤੁਹਾਡੀ ਪ੍ਰੈਕਟਿਸ ਟੈਸਟ ਸੀਰੀਜ਼ ਤੀਜੀ 8ਵੀਂ ਸਾਇੰਸ ਲਈ। ਮੈਨੂੰ ਉਮੀਦ ਆ ਤੁਹਾਨੂੰ ਇਹ ਕੁਐਸਚਨ ਆ ਜਿਹੜੇ ਉਹ ਸਮਝ ਆ ਗਏ ਹੋਣਗੇ। ਥੈਂਕ ਯੂ ਬੇਟਾ।